ਧੰਨ ਵਾਹਿਗੁਰੂ ਜੀਓ। ਫਰੀਦਾ ਇਹ ਤਨ ਭੌਂਕਣਾ, ਨਿਤ ਨਿਤ ਦੁਖੀਐ ਕੌਣ। ਕੰਨੀ ਬੁੱਝੇ ਦੇ ਰਹਾ, ਕਿਤੀ ਵਗੈ ਪੌਣ। ਫਰੀਦਾ ਇਹ ਤਨ ਭੌਂਕਣਾ, ਨਿਤ ਨਿਤ ਦੁਖੀਐ ਕੌਣ। ਕੰਨੀ ਬੁੱਝੇ ਦੇ ਰਹਾ, ਕਿਤੀ ਵਗੈ ਪੌਣ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨਯੋਗ ਗਰੀਬ ਨਵਾਜ ਸਤਿਗੁਰੂ ਧੰਨ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਾਵਨ ਦਰਬਾਰ ਵਿੱਚ ਸੱਜ ਬੈਠੀ ਗੁਰੂ ਸਵਾਰੀ ਸਾਧ ਸੰਗਤ ਜੀਓ, ਸਤਿਗੁਰੂ ਦੀ ਪਾਵਨ ਬਾਣੀ ਦੇ ਪਾਠ ਅਤੇ ਗੁਰਬਾਣੀ ਦੇ ਕੀਰਤਨ ਗੁਰੂ ਸਵਾਰਿਆਂ ਪਾਸੋਂ ਆਪ ਜੀ ਨੇ ਬੜੇ ਸਤਿਕਾਰ ਅਦਬ ਸਹਿਤ ਸ਼ਰਵਣ ਕੀਤੇ ਹਨ। ਆਪ ਜੀ ਰੋਜ਼ਾਨਾ ਹੀ ਸਤਿਗੁਰਾਂ ਦੇ ਪਾਵਨ ਚਰਨਾਂ ਵਿੱਚ ਹਾਜ਼ਰ ਹੋ ਕੇ ਸੰਗਤ ਰੂਪ ਵਿੱਚ ਸੱਜ ਕੇ ਸਤਿਗੁਰੂ ਦੀ ਪਾਵਨ ਬਾਣੀ ਨਾਲ ਸਾਂਝ ਬਣਾਉਂਦੇ ਹੋ। ਗੁਰੂ ਮਹਾਰਾਜ ਜੋ ਬਾਬਾ ਸ਼ੇਖ ਫਰੀਦ ਸਾਹਿਬ ਜੀ ਦੇ ਆਪਾਂ ਲੜੀਵਾਰ ਸ਼ਲੋਕਾਂ ਦੀ ਵਿਚਾਰ ਉਪਦੇਸ਼ ਨੂੰ ਸਮਝਣ ਦਾ ਇਹ ਯਤਨ ਕਰਦੇ ਹਾਂ, ਜਿਸ ਵਿੱਚੋਂ ਆਪ ਜੀ ਨੇ ਹੁਣੇ ਹੀ 88 ਨੰਬਰ ਸ਼ਲੋਕ, ਜੋ ਕਿ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਅੰਕ ਨੰਬਰ 1382 ਉੱਪਰ ਦਰਜ ਸੁਭਾਇਮਾਨ ਹੈ, ਸਰਵਣ ਕੀਤਾ ਹੈ। ਬਾਬਾ ਸ਼ੇਖ ਫਰੀਦ ਸਾਹਿਬ ਜੀ ਦੇ ਇਹ ਪਾਵਨ ਸ਼ਲੋਕ ਬਹੁਤ ਡੂੰਘੇ ਅਨੁਭਵ ਵਿੱਚੋਂ ਸ਼ੇਖ ਫਰੀਦ ਸਾਹਿਬ ਜੀ ਨੇ ਰਚੇ ਹਨ। ਸਾਧਾਰਨ ਤਲ ਉੱਤੇ ਆਪਾਂ ਸਾਰੇ ਹੀ ਸੰਸਾਰ ਦੀਆਂ ਕੁਝ ਸੱਚਾਈਆਂ ਤੋਂ ਵਾਕਫ ਹੁੰਦੇ ਹਾਂ। ਹਰ ਮਨੁੱਖ ਨੂੰ ਇਸ ਗੱਲ ਦਾ ਇਲਮ ਹੁੰਦਾ ਹੈ, ਜਾਣਕਾਰੀ ਹੁੰਦੀ ਹੈ ਕਿ ਮਨੁੱਖ ਨੇ ਇੱਕ ਦਿਨ ਇਸ ਸੰਸਾਰ ਤੋਂ ਚਲੇ ਜਾਣਾ ਹੈ। ਹਰ ਇੱਕ ਨੂੰ ਇੰਨੀ ਕੁ ਜਾਣਕਾਰੀ ਵੀ ਹੈ ਵੀ ਕੁਝ ਐਸੀਆਂ ਖਾਹਿਸ਼ਾਂ ਨੇ ਅਤੇ ਖਾਹਿਸ਼ਾਂ ਦੇ ਮਗਰ ਲਾ ਕੇ ਅਸੀਂ ਕੁਝ ਐਸੇ ਕਰਮ ਕਰਦੇ ਹਾਂ ਜਿਹੜੇ ਸਾਡੇ ਜੀਵਨ ਨੂੰ ਮਕਸਦਹੀਣ ਕਰਕੇ ਭਟਕਾ ਦਿੰਦੇ ਹਨ ਅਤੇ ਸਾਡੀ ਲਾਈਫ ਵਿੱਚ ਟਰਬਲ ਪੈਦਾ ਹੁੰਦੀ ਹੈ, ਪੇਚੀਦਗੀਆਂ ਪੈਦਾ ਹੁੰਦੀਆਂ ਨੇ। ਪਰ ਇਹਨਾਂ ਸਾਰੀਆਂ ਸੱਚਾਈਆਂ ਦੇ ਪਤਾ ਹੋਣ ਤੋਂ, ਜਾਣਕਾਰੀ ਹੋਣ ਦੇ ਬਾਵਜੂਦ ਵੀ ਮਨੁੱਖ ਉਸੇ ਰਾਹੇ ਹੀ ਤੁਰਿਆ ਜਾ ਰਿਹਾ ਹੈ ਜਿੱਧਰ ਉਹਨੂੰ ਨਹੀਂ ਜਾਣਾ ਚਾਹੀਦਾ। ਅਤੇ ਇਸ ਦਾ ਸਪਸ਼ਟ ਭਾਵ ਜੋ ਬਾਣੀ ਨੇ ਫਰਮਾਇਆ ਹੈ ਉਹ ਇਹ ਹੈ ਕਿ ਮਨੁੱਖ ਜਾਣਕਾਰੀ ਦੇ ਪੱਧਰ ਦੇ ਉੱਤੇ ਤੇ ਬਹੁਤ ਕੁਝ ਵਾਕਫ ਹੈ, ਜਾਣਦਾ ਹੈ, ਇਲਮ ਰੱਖਦਾ ਹੈ, ਸਮਝ ਰੱਖਦਾ ਹੈ, ਪਰ ਅਹਿਸਾਸ ਦੇ ਤੌਰ ਦੇ ਉੱਤੇ ਮਨੁੱਖ ਸੁੱਤਾ ਹੁੰਦਾ ਹੈ। ਜਿਵੇਂ ਮੈਂ ਇੱਕ ਉਦਾਹਰਨ ਦਿੰਦਾ ਹਾਂ, ਕੋਈ ਬੱਚਾ ਆਪਣੇ ਮਾਂ-ਬਾਪ ਦੇ ਕਹਿਣੇ ਵਿੱਚ ਨਹੀਂ ਅਤੇ ਉਹ ਇਹੋ ਜਿਹੇ ਕੰਮ ਕਰਦਾ ਹੈ ਜਿਹੜੇ ਉਸ ਦੇ ਪਰਿਵਾਰ ਦਾ ਵੀ ਨੁਕਸਾਨ ਕਰਦੇ ਨੇ, ਸਮਾਜ ਦਾ ਵੀ ਨੁਕਸਾਨ ਕਰਦੇ ਨੇ, ਅਤੇ ਪਰਿਵਾਰ ਦੇ ਮਾਣ ਸਨਮਾਨ ਇੱਜ਼ਤ ਆਬਰੂ ਨੂੰ ਵੀ ਮਿੱਟੀ ਵਿੱਚ ਮਿਲਾਉਂਦੇ ਨੇ। ਯਾਨੀ ਕਿ ਐਸੀ ਕੋਈ ਕਾਰਵਾਈ ਜਦੋਂ ਕੋਈ ਬੱਚਾ ਕਰਦਾ ਹੈ ਆਪਾਂ ਸਮਝ ਸਕਦੇ ਹਾਂ। ਤਾਂ ਹੁਣ ਮਾਂ-ਬਾਪ ਉਸ ਨੂੰ ਸਮਝਾਉਂਦੇ ਨੇ ਅਤੇ ਕਈ ਵਾਰ ਉਹਨਾਂ ਕੋਲੋਂ ਸਮਝਾਇਆ ਵੀ ਬੱਚਾ ਸਮਝੇ ਨਾ, ਅਤੇ ਉਹ ਕਿਸੇ ਨਿਕਟਵਰਤੀ ਨੇੜੇ ਦੇ ਰਿਸ਼ਤੇਦਾਰ ਨੂੰ ਜਾਂ ਸੱਜਣ ਦੋਸਤ ਮਿੱਤਰ ਨੂੰ ਬੁਲਾਉਂਦੇ ਨੇ, ਜਿਸ ਦੀ ਗੱਲ ਬੱਚਾ ਧਿਆਨ ਨਾਲ ਸੁਣਦਾ ਹੋਵੇ। ਉਹਨੂੰ ਜਦੋਂ ਸੱਦਿਆ ਜਾਂਦਾ ਤੇ ਉਹ ਆ ਕੇ ਕਹਿੰਦਾ, ਵੇਖ ਇਹ ਤੇਰੇ ਮਾਂ ਪਿਓ ਨੇ
ਇਹਨਾਂ ਨੇ ਤੈਨੂੰ ਜਨਮ ਦਿੱਤਾ ਹੈ, ਇਹਨਾਂ ਤੈਨੂੰ ਪਾਲਿਆ ਹੈ, ਤੇਰੀ ਖੁਸ਼ੀ ਲਈ ਕਿੰਨਾ ਸਟਰਗਲ ਕੀਤਾ, ਕਿੰਨੀ ਮਿਹਨਤ ਕੀਤੀ, ਔਰ ਵੇਖ ਤੇਰੇ ਲਈ ਇਹਨਾਂ ਨੇ ਸਾਰਾ ਕੁਝ ਬਣਾਇਆ। ਜਿੱਥੇ ਇਹਨਾਂ ਨੇ ਆਪ ਆਪਣੀ ਖੁਸ਼ੀ ਆਪਣੀ ਸਹੂਲਤ ਲਈ ਕੀਤਾ, ਉੱਥੇ ਤੇਰੇ ਵਾਸਤੇ ਵਧੇਕ ਕੀਤਾ। ਅਤੇ ਆਪਣੇ ਬਾਪ ਦੀ, ਆਪਣੀ ਮਾਂ ਦੀ, ਆਪਣੇ ਪਰਿਵਾਰ ਦੇ ਮਾਣ ਸਨਮਾਨ ਅਤੇ ਇਹਨਾਂ ਦੇ ਕਹਿਣੇ ਵਿੱਚ ਚੱਲਣਾ ਤੇਰਾ ਫਰਜ਼ ਬਣਦਾ। ਜਦੋਂ ਉਹ ਰਿਸ਼ਤੇਦਾਰ ਜਾਂ ਮਿੱਤਰ ਦੋਸਤ ਇਹ ਕਹਿੰਦੇ ਨਾ, ਵੇਖ ਇਹ ਤੇਰੀ ਮਾਂ ਹੈ, ਤੇਰਾ ਪਿਓ ਹੈ, ਇਹਨਾਂ ਤੈਨੂੰ ਜਨਮ ਦਿੱਤਾ ਹੈ, ਤੈਨੂੰ ਪਾਲਿਆ। ਹੁਣ ਇੰਨੀ ਕੁ ਗੱਲ ਦਾ ਕਿਤੇ ਉਸ ਬੱਚੇ ਨੂੰ ਪਤਾ ਨਹੀਂ ਹੁੰਦਾ ਵੀ ਇਹ ਮੇਰਾ ਪਿਓ ਹੈ, ਇਹ ਮੇਰੀ ਮਾਂ ਹੈ, ਇਹਨਾਂ ਮੈਨੂੰ ਜਨਮ ਦਿੱਤਾ ਹੈ, ਇਹਨਾਂ ਮੈਨੂੰ ਪਾਲਿਆ ਹੈ, ਇਹਨਾਂ ਮੇਰੇ ਲਈ ਬਹੁਤ ਕੁਝ ਕੀਤਾ ਹੈ। ਇਸ ਗੱਲ ਨੂੰ ਉਹ ਕਿਉਂ ਦੁਹਰਾਉਂਦਾ ਹੈ? ਇਹ ਗੱਲ ਉਹਨੂੰ ਦੱਸਣ ਦੀ ਕੀ ਲੋੜ ਹੈ? ਇਹ ਤਾਂ ਉਹਨੂੰ ਆਲਰੇਡੀ ਪਤਾ ਹੈ, ਇੰਨੀ ਤੇ ਜਾਣਕਾਰੀ ਉਹਨੂੰ ਹੈ। ਪਰ ਇਹ ਉਹਦੇ ਦੁਹਰਾਉਣ, ਉਹਨਾਂ ਦੇ ਦੱਸਣ ਦਾ ਭਾਵ ਹੁੰਦਾ ਉਹਦੇ ਅੰਦਰ ਅਹਿਸਾਸ ਪੈਦਾ ਕਰਨਾ। ਜਾਣਕਾਰੀ ਤਾਂ ਉਹਨੂੰ ਵੀ ਹੈ, ਪਤਾ ਤਾਂ ਉਹਨੂੰ ਵੀ, ਉਹ ਅਹਿਸਾਸ ਪੈਦਾ ਕਰਨਾ ਵੀ ਸ਼ਾਇਦ ਇਹਦੇ ਕਹਿਣ ਨਾਲ ਇਹਦੇ ਅੰਦਰ ਦਾ ਅਹਿਸਾਸ, ਇਹਦੀ ਫੀਲਿੰਗ ਜਾਗ ਪਵੇ। ਇੱਕ ਬੱਚੇ ਵਾਲੀ ਫੀਲਿੰਗ, ਇੱਕ ਮਾਂ ਦੇ ਪ੍ਰਤੀ ਜਿਹੋ ਜਿਹੀ ਫੀਲਿੰਗ ਹੋਣੀ ਚਾਹੀਦੀ ਹੈ, ਇੱਕ ਪਿਤਾ ਦੇ ਪ੍ਰਤੀ ਜਿਹੋ ਜਿਹੀ ਫੀਲਿੰਗ, ਫੈਮਿਲੀ ਦੇ ਪ੍ਰਤੀ ਜਿਹੋ ਜਿਹੀ ਫੀਲਿੰਗ, ਭਾਵ ਹੋਣਾ ਚਾਹੀਦਾ ਹੈ, ਸ਼ਾਇਦ ਇਹਦੇ ਕਹਿਣ ਨਾਲ ਉਹ ਰੀਅਲਾਈਜ਼ ਹੋ ਜਾਏ, ਉਹ ਅਹਿਸਾਸ ਜਾਗ ਪਵੇ। ਤਾਂ ਬਾਬਾ ਸ਼ੇਖ ਫਰੀਦ ਸਾਹਿਬ ਜੋ ਕਹਿ ਰਹੇ ਨੇ ਨਾ, ਉਹ ਅਹਿਸਾਸ ਦੇ ਪੱਧਰ ਤੋਂ ਕਹਿ ਰਹੇ ਨੇ, ਉਹ ਮਹਿਜ਼ ਬਾਹਰ ਦੀ ਜਾਣਕਾਰੀ ਦੇ ਪੱਧਰ ਤੋਂ ਨਹੀਂ ਕਹਿ ਰਹੇ, ਉਹ ਅੰਦਰੋਂ ਜਾਗੇ ਹੋਏ ਕਹਿ ਰਹੇ ਨੇ। ਉਹ ਇੰਨੀ ਡੂੰਘਾਈ ਨਾਲ ਇਹਨਾਂ ਚੀਜ਼ਾਂ ਨੂੰ ਬੜੀ ਸ਼ਿੱਦਤ ਨਾਲ ਵੇਖਦੇ ਔਰ ਖੁਦ ਮਹਿਸੂਸ ਕਰਕੇ ਮਾਣਦੇ ਹਨ, ਅਤੇ ਫਿਰ ਜੋ ਮਾਣਦੇ ਨੇ ਉਹ ਸਾਨੂੰ ਆਪਣੇ ਸ਼ਬਦਾਂ ਰਾਹੀਂ, ਸਾਡੇ ਅੰਦਰ ਵੀ ਉਸ ਤਰ੍ਹਾਂ ਦੀ ਜਾਗਰਤੀ, ਸਾਨੂੰ ਵੀ ਅੰਦਰੋਂ ਅਵੇਅਰ ਕਰਨ ਲਈ, ਸਾਨੂੰ ਵੀ ਅੰਦਰੋਂ ਜਗਾਉਣ ਲਈ ਉਸੇ ਸ਼ਬਦਾਂ ਵਿੱਚ ਗੱਲ ਕਰਦੇ ਨੇ। ਜਿਹਾ ਡਿਠਾ ਮੈਂ ਤਿਹੋ ਕਹਿਆ। ਤੋ ਸਤਿਗੁਰੂ ਮਹਾਰਾਜ ਦਾ ਇਹ ਪਾਵਨ ਵਾਕ ਆਪ ਜੀ ਨੇ ਸੁਣਿਆ, ਜੋ 88 ਨੰਬਰ ਸਲੋਕ ਹੈ, ਫਰੀਦਾ ਇਹ ਤਨ ਭੌਂਕਣਾ। ਉਦਾਹਰਣ ਦਿੱਤੀ ਹੈ ਵੀ ਤਨ ਭੌਂਕਾ ਹੈ, ਭਾਵ ਭੌਂਕਦਾ ਹੈ, ਰੌਲਾ ਪਾਉਂਦਾ, ਖੌਰੂ ਪਾਉਂਦਾ। ਕੋਈ ਬਿਲਾ ਵਜ੍ਹਾ ਹੀ ਕੰਨ ਖਾ ਰਿਹਾ ਹੋਵੇ ਨਾ, ਬਿਨਾਂ ਕਿਸੇ ਕਾਰਨ ਹੀ ਰੌਲਾ ਪਾਈ ਜਾਏ, ਸਾਡੇ ਲਾਗੇ ਪਾਈ ਜਾਏ, ਹਟੇ ਹੀ ਨਾ, ਅਤੇ ਆਪਾਂ ਵੀ, ਸਾਡੀ ਬੋਲੀ 'ਚ ਆਏ ਗੱਲ, ਆਪਾਂ ਕੀ ਕਹਿੰਦੇ, ਕੀ ਕੁੱਤੇ ਭਕਾਈ ਕਰਦਾ, ਕਿਉਂ ਭੌਂਕਣ ਲੱਗਾ ਹੋਇਆ? ਵੀ ਜਾਨੀ ਕਿ ਸੈਂਸਲੈਸ ਗੱਲ ਹੋਵੇ, ਮੀਨਿੰਗਲੈਸ ਗੱਲ ਹੋਵੇ, ਜਿਹਦਾ ਕੋਈ ਰੀਜ਼ਨ, ਕੋਈ ਕਾਰਨ ਹੀ ਨਾ ਹੋਵੇ ਗੱਲ ਕਰਨ ਦਾ। ਬਾਰ ਬਾਰ ਬੰਦਾ ਫਾਲਤੂ ਦੀ ਗੱਲ ਕਰੀ ਜਾਏ ਔਰ ਨਾਨ ਸਟਾਪ ਹੀ ਚੱਲੀ ਜਾਏ, ਅਤੇ ਆਪਾਂ ਉਹਦੇ ਲਈ ਇਹ ਸ਼ਬਦ ਇਹ ਖਾਸ ਕੰਟੈਕਸਟ ਵਿੱਚ ਵਰਤਦੇ ਹਾਂ। ਤਾਂ ਇਹ ਐਸੀਆਂ ਬਹੁਤ ਮੁਹਾਵਰੇ ਨੇ ਸਾਡੀ ਬੋਲੀ 'ਚ, ਉਹਨੂੰ ਮਹਿਸੂਸ ਕਰਾਉਣ ਵਾਸਤੇ ਵੀ ਤੂੰ ਫਾਲਤੂ ਬੋਲ ਰਿਹਾ। ਇਸ ਵੇਲੇ ਤੇਰੀ ਦਸ਼ਾ ਇਨਸਾਨਾਂ ਵਾਲੀ ਘੱਟ ਅਤੇ ਕੁੱਤਿਆਂ ਵਾਲੀ ਜ਼ਿਆਦਾ ਹੈ। ਉਹਨੂੰ ਇਸ ਗੱਲ ਦਾ ਝਟਕਾ ਦੇਣ ਵਾਸਤੇ ਆਪਾਂ ਗੱਲ ਕਰਦੇ ਹਾਂ। ਹੁਣ ਜਦੋਂ ਬਾਬਾ ਫਰੀਦ ਸਾਹਿਬ ਕਹਿੰਦੇ ਫਰੀਦਾ ਇਹ ਤਨ ਭੌਂਕਣਾ, ਹੁਣ ਕੁੱਤਾ ਜਿਹੜਾ ਹੈ ਉਹ ਕਈ ਵਾਰ ਮਾਲਕ ਰੋਟੀ ਖਾ ਰਿਹਾ ਹੋਵੇ ਅਤੇ ਉਹ ਲਾਗੇ ਭੌਂਕਦਾ ਹੈ, ਕੋਈ ਹੋਰ ਖਾ ਰਿਹਾ ਹੋਵੇ ਤਾਂ ਵੀ ਭੌਂਕੇਗਾ, ਐਸੀ ਹਰਕਤ ਕਰੇਗਾ ਵੀ ਉਹ ਧਿਆਨ ਖਿੱਚਦਾ ਵੀ ਮੈਨੂੰ ਵੀ ਇਹ ਚੀਜ਼ ਦਿਓ। ਹੁਣ ਬਾਬਾ ਫਰੀਦ ਸਾਹਿਬ ਉਹਦਾ ਪ੍ਰਤੀਕ ਵਰਤਦੇ ਨੇ ਵੀ ਤਨ ਭੌਂਕਦਾ। ਜਦੋਂ ਵੀ ਕੋਈ ਪਦਾਰਥ ਵੇਖਦਾ ਹੈ ਨਾ, ਭੌਂਕਦਾ, ਮੈਨੂੰ ਚਾਹੀਦਾ। ਅੱਖਾਂ ਨੂੰ ਵੇਖਣ ਦੀ ਖਾਹਿਸ਼ ਹੈ, ਮੈਲਾ ਵੇਖਣ ਦੀ ਖਾਹਿਸ਼ ਹੈ, ਭੈੜਾ ਵੇਖਣ ਦੀ ਖਾਹਿਸ਼ ਹੈ, ਕੰਨਾਂ ਨੂੰ ਨਿੰਦਾ ਚੁਗਲੀ ਸੁਣਨ ਦੀ ਕਿੰਨੀ ਤਲਬ ਰਹਿੰਦੀ ਹੈ, ਭੁੱਖ ਰਹਿੰਦੀ ਹੈ, ਜ਼ਬਾਨ ਨਾਲ ਚਖਣਾ ਅਤੇ ਬੇਫਾਲਤੂ ਚਸਕੇ ਲੈਣ ਵਾਲੀਆਂ ਗੱਲਾਂ ਕਰਨੀਆਂ, ਉਹਨਾਂ ਦਾ ਕਿੰਨਾ ਸਾਡੇ ਅੰਦਰ ਇੱਕ ਹੁੱਬ ਰਹਿੰਦੀ ਹੈ, ਇੱਕ ਲਗਨ ਜਿਹੀ ਬਣੀ ਰਹਿੰਦੀ ਹੈ। ਜਾਨੀ ਕਿ ਸਾਡੇ ਜਿਹੜੇ ਗਿਆਨ ਇੰਦਰੇ ਨੇ ਨਾ, ਜਿਹੜਾ ਸਾਡੇ ਸਰੀਰ ਦੇ ਇੰਦਰੇ ਨੇ, ਉਹ ਵਿਸ਼ੇ ਭੋਗਾਂ ਵਾਸਤੇ ਕਿੰਨੇ ਉਤੇਜਿਤ ਰਹਿੰਦੇ ਨੇ, ਔਰ ਕਿੰਨੀ ਡਿਸਟਰਬੈਂਸ ਜਿਹੜੀ ਹੈ ਸਾਨੂੰ ਹਰ ਵੇਲੇ ਬਣੀ ਰਹਿੰਦੀ ਹੈ। ਕਈ ਵਾਰ ਬੰਦਾ ਆਪਣੀ ਜ਼ਿੰਦਗੀ ਦੇ ਜ਼ਰੂਰੀ ਕੰਮ ਛੱਡ ਕੇ ਫਜ਼ੂਲ ਦੇ ਚਸਕਿਆਂ ਦੇ ਵਿੱਚ ਆਪਣਾ ਵਕਤ ਜ਼ਾਇਆ ਕਰਦਾ, ਜਿਹੜੀ ਗੱਲ ਦਾ ਕੋਈ ਮੀਨਿੰਗ ਨਹੀਂ, ਮਤਲਬ ਨਹੀਂ ਸਾਡੀ ਜ਼ਿੰਦਗੀ ਲਈ, ਸਮਾਜ ਲਈ, ਆਪਾਂ ਉਹ ਵੀ ਕਈ ਵਾਰ ਕਰਦੇ ਸੁਣਦੇ ਹਾਂ, ਘੰਟਿਆਂ ਬੱਧੀ ਕਰਦੇ ਹਾਂ ਕਿਉਂਕਿ ਉਹਦੇ ਵਿੱਚੋਂ ਸਾਡਾ ਚਸਕਾ ਪੂਰਾ ਹੁੰਦਾ। ਐਵੇਂ ਨਹੀਂ ਬੰਦਾ ਕਰਦਾ, ਉਹਦੇ ਵਿੱਚੋਂ ਸਾਡੇ ਅੰਦਰ ਦੀ ਭੁੱਖ ਪੂਰੀ ਹੁੰਦੀ, ਅੰਦਰ ਅਸੀਂ ਇੱਕ ਭੁੱਖ ਪਾਲ ਰੱਖੀ ਹੁੰਦੀ ਹੈ
ਉਹ ਜਿਹੜੀ ਭੁੱਖ ਹੈ, ਜੇ ਕਾਮ ਦੀ ਭੁੱਖ ਹੈ, ਤੇ ਉਹੋ ਜਿਹੇ ਦ੍ਰਿਸ਼ ਵੇਖਣੇ, ਉਹੋ ਜਿਹਾ ਸੁਣਨਾ, ਉਹੋ ਜਿਹੀਆਂ ਵੌੜਾਂ ਲੈਣੀਆਂ ਆਸੇ ਪਾਸੇ ਦੂਜਿਆਂ ਦੀਆਂ, ਦੂਜੇ ਦੇ ਘਰ ਵੱਲ ਝਾਕਣਾ, ਕਿਸੇ ਬਾਰੇ ਗੱਲ ਹੋ ਰਹੀ ਹੋਵੇ ਤੇ ਉਹ ਬੜਾ ਕਿੰਨਾ ਸਕੂਨ ਦਿੰਦੀ ਹੈ। ਕ੍ਰੋਧੀ ਸੁਭਾਅ ਹੋਵੇ ਮਨੁੱਖ ਤੇ ਲੜਾਈਆਂ ਝਗੜੇ ਫਸਾਦ ਦੰਗੇ ਕਤਲੋ ਗਾਰਤਾਂ ਇਹੋ ਜਿਹੀਆਂ ਚੀਜ਼ਾਂ ਨੂੰ ਕਿੰਨੀਆਂ ਚੰਗੀਆਂ, ਕਿਉਂਕਿ ਉਹਦੇ ਸੁਭਾਅ ਨਾਲ ਮੇਲ ਖਾਂਦੀ ਹੈ ਉਹ ਚੀਜ਼। ਲੋਭੀ ਮਨੁੱਖ ਜਿਹੜਾ ਹੈ ਉਹ ਹਰ ਵੇਲੇ ਕਿਵੇਂ ਇਸ ਗੱਲ ਦੇ ਉੱਤੇ ਆਪਣੀ એનર્ਜੀ ਲਾਉਂਦਾ ਰਹਿੰਦਾ ਹੈ ਵੀ ਉਹ ਕਿਹੜੀ ਤਰਕੀਬ ਹੈ, ਕਿਹੜਾ ਢੰਗ ਹੈ, ਕਿਹੜਾ ਤਰੀਕਾ ਹੈ ਵੀ ਮੈਂ ਉਸ ਚੀਜ਼ ਤੱਕ ਪਹੁੰਚਾਂ, ਭਾਵੇਂ ਮੈਨੂੰ ਉਹਦੇ ਲਈ ਚੀਟਿੰਗ ਕਰਨੀ ਪਵੇ, ਰੌਬਰੀ ਕਰਨੀ ਪਵੇ, ਠੱਗੀ ਮਾਰਨੀ, ਕੁਝ ਵੀ ਕਰਨਾ ਪਏ। ਹੁਣ ਉਹ ਜਿਹੜੇ ਚਸਕੇ ਨੇ, ਅੰਦਰ ਭੁੱਖ ਹੈ ਤਾਂ ਹੀ ਬੰਦਾ ਐਵੇਂ ਕਰਦਾ ਹੈ ਨਾ, ਬਿਨਾਂ ਰੀਜ਼ਨ ਤੇ ਨਹੀਂ ਕਰਦਾ, ਬਿਨਾਂ ਮਤਲਬ ਤੇ ਨਹੀਂ ਕਰਦਾ। ਉਹਨੇ ਆਪਣੇ ਇੰਦਰੀਆਂ ਦੀ ਸਾਰੀ એનર્ਜੀ, ਆਪਣੇ ਦਿਮਾਗ ਦੀ ਸਾਰੀ એનર્ਜੀ, ਆਪਣੇ ਜੀਵਨ ਦਾ ਸਾਰਾ ਰੁਖ ਹੀ ਜਿਹੜਾ ਉਸ ਪਾਸੇ ਨੂੰ ਮੋੜ ਦੇਣਾ, ਉਧਰ ਨੂੰ ਲੱਗ ਜਾਣਾ। ਇਹ ਵੀ ਇੱਕ ਨਸ਼ੇ ਦੀ ਹਾਲਤ ਹੁੰਦੀ ਹੈ। ਤੇ ਉਹ ਜਿਹੜੀ ਚੀਜ਼ ਹੈ, ਹੁਣ ਉਸੇ ਨੂੰ ਬਾਬਾ ਫਰੀਦ ਸਾਹਿਬ ਕਹਿੰਦੇ ਵੀ ਗਿਆਨ, ਜਿਹੜੇ ਇੰਦਰੇ ਨੇ ਮੇਰੇ ਸਰੀਰ ਦੇ, ਇੰਦਰੇ ਦਾ ਭਾਵ ਸਮਝੋ ਕਰਮ ਇੰਦਰੇ, ਗਿਆਨ, ਅੱਖਾਂ ਨਾਲ ਅਸੀਂ ਦੇਖਦੇ ਹਾਂ, ਇਹ ਸਾਨੂੰ ਸੰਸਾਰ ਦਾ ਗਿਆਨ ਦਿੰਦੇ ਆ। ਸਪਰਸ਼ ਕਰਦੇ ਹਾਂ, ਸੁਣਦੇ ਹਾਂ, ਚੱਖਦੇ ਹਾਂ, ਸੁੰਘਦੇ ਹਾਂ, ਇਹ ਸਾਰੇ ਗਿਆਨ ਇੰਦਰੇ ਨੇ ਸਾਡੇ। ਕਰਮ ਇੰਦਰੇ ਨੇ ਪੰਜ ਗਿਆਨ ਇੰਦਰੇ। ਸੋ ਉਹ ਜਿਹੜੇ ਇੰਦਰੇ ਨੇ, ਸਾਡਾ ਸਰੀਰ, ਸਾਡੀ ਬਾਡੀ ਦੇ ਜਿਹੜੇ ਪਾਰਟ ਨੇ, ਇਹ ਬਾਰ-ਬਾਰ ਉਧਰ ਨੂੰ ਉਹਨਾਂ ਖਾਹਿਸ਼ਾਂ ਵੱਲ ਦੌੜਦੇ। ਉਹਨੂੰ ਬਾਬਾ ਫਰੀਦ ਸਾਹਿਬ ਕਹਿੰਦੇ ਨੇ, ਫਰੀਦਾ ਇਹ ਤਨ ਭੌਂਕਣਾ, ਕੁੱਤੇ ਵਾਂਗ ਭਕਾਈ ਮਾਰ ਰਿਹਾ ਤਨ, ਯਾਨੀ ਕਿ ਗਿਆਨ ਇੰਦਰੇ ਜਿਹੜੇ ਨੇ ਉਹ ਤਲਬ ਪ੍ਰਗਟ ਕਰ ਰਹੇ ਨੇ, ਉਹ ਭੁੱਖ ਰੱਖ ਕੇ ਸੰਸਾਰ ਵੱਲ ਇੱਧਰ ਉੱਧਰ ਧਾਰ ਰਹੇ ਨੇ। ਔਰ ਮੈਂ ਇਹਨਾਂ ਦੀਆਂ ਲੋੜਾਂ ਪੂਰੀਆਂ ਕਰਨ ਤੇ ਲੱਗਾ ਹੋਇਆ। ਹਰ ਵੇਲੇ ਮੇਰੀ ਕੋਸ਼ਿਸ਼ ਇਹੀ ਰਹਿੰਦੀ ਹੈ ਵੀ ਅੱਖਾਂ ਜੋ ਚਾਹੁਣ ਇਹਨਾਂ ਨੂੰ ਵਿਖਾ ਲਿਆ ਜਾਏ, ਕੰਨ ਜੋ ਕਹਿੰਦੇ ਘੰਟਿਆਂ ਬੱਧੀ ਸੁਣਾ ਲਿਆ ਜਾਏ, ਉਹ ਸੋਚ ਲਿਆ ਜਾਏ, ਉਹ ਕਰ ਲਿਆ ਜਾਏ। ਉਸੇ ਯਾਨੀ ਕਿ ਉਸ ਭੁੱਖ ਵਿੱਚ ਹੀ, ਉਸ ਭੁੱਖ ਨੂੰ ਪੂਰੀ ਕਰਨ ਦੇ ਉੱਤੇ ਮੇਰਾ ਜ਼ੋਰ ਲੱਗਾ ਹੋਇਆ। ਪਰ ਬਾਬਾ ਫਰੀਦ ਸਾਹਿਬ ਕਹਿੰਦੇ ਨੇ, ਮੈਂ ਓੜਕ ਨੂੰ ਮਹਿਸੂਸ ਕੀਤਾ, ਨਿਤ ਨਿਤ ਦੁਖੀ ਹੈ ਕੌਣ। ਕੌਣ ਦੁਖੀ ਹੁੰਦਾ ਰਵੇ ਇਹਨਾਂ ਚੀਜ਼ਾਂ ਪਿੱਛੇ? ਇਹ ਤਾਂ ਭੁੱਖ ਜਾਂ ਪਲਦੀ ਹੋਵੇ, ਘੜੀ ਦੀ ਹੋਵੇ, ਕਿਸੇ ਚੀਜ਼ ਕਰਕੇ ਮਿਟ ਜਾਂਦੀ ਹੋਵੇ ਤੇ ਫਿਰ ਤਾਂ ਆਪਾਂ ਕਹਿ ਸਕਦੇ ਹਾਂ। ਇਹ ਤੁਸੀਂ ਕਈ ਵਾਰ ਨੋਟ ਕਰਨਾ, ਬੰਦਾ ਢਿੱਡ ਭਰ ਲੈਂਦਾ ਹੈ ਕਿਸੇ ਚੀਜ਼, ਬੜੀ ਸਵਾਦ ਚੀਜ਼ ਹੈ, ਉਹਨੂੰ ਉਹਦਾ ਸਰੀਰ ਉਹਨੂੰ ਮਹਿਸੂਸ ਕਰਾ ਦਿੰਦਾ ਵੀ ਬਸ ਹੁਣ ਕਪੈਸਿਟੀ ਖਤਮ ਹੈ ਖਾਣ ਦੀ। ਫਿਰ ਵੀ ਬੰਦਾ ਆਪਣੇ ਢਿੱਡ ਨੂੰ ਭਰਨ ਦੀ ਕੋਸ਼ਿਸ਼ ਕਰਦਾ ਰਹਿੰਦਾ। ਕਿਉਂ ਭਲਾ? ਉਹਦੀ ਸੁਰਤ ਵਿੱਚ ਵੀ ਇੱਕ ਭੁੱਖ ਹੁੰਦੀ ਹੈ, ਉਹਦੇ ਮਨ ਵਿੱਚ ਵੀ ਇੱਕ, ਉਹਨੂੰ ਆਪਾਂ ਕਹਿੰਦੇ ਹਾਂ ਨੀਤ ਦੀ ਭੁੱਖ ਹੋਣੀ, ਵੀ ਨੀਤ ਨਹੀਂ ਰੱਜੀ। ਆਪਾਂ ਉਹਨੂੰ ਇਸ ਤਰ੍ਹਾਂ ਕਹਿ ਸਕਦੇ, ਨੀਤ ਨਹੀਂ ਰੱਜੀ। ਵੈਸੇ ਬੰਦਾ ਰੱਜ ਗਿਆ, ਲੋੜ ਕੋਈ ਨਹੀਂ, ਬਿਨਾਂ ਲੋੜ ਤੋਂ ਹੀ ਬੰਦਾ ਉਹਨੂੰ ਉਸ ਚੀਜ਼ ਨੂੰ ਖਾਈ ਜਾ ਰਿਹਾ ਹੈ, ਬਿਨਾਂ ਲੋੜ। ਉਹ ਹੁਣ ਕੀ ਕਰਦੀ ਉਹ ਚੀਜ਼ ਜਿਹੜੀ ਬਿਨਾਂ ਲੋੜ ਤੋਂ ਹੈ? ਉਹ ਤਾਂ ਫਿਰ ਢਿੱਡ ਨੂੰ ਡਸਟਬਿਨ ਬਣਾ ਦਿੰਦੀ ਹੈ ਨਾ। ਉਹ ਜਿਹੜੀ ਚੀਜ਼ ਹੈ ਉਹ ਸਰੀਰ ਤੋਂ, ਸਰੀਰ ਨੇ ਜਿੰਨੀ ਸਾਂਭਣੀ ਹੈ ਉਹਦੇ ਤੋਂ ਬਿਲਕੁਲ ਓਵਰਲੋਡ ਹੋ, ਉਹ ਫਿਰ ਪ੍ਰੋਬਲਮ ਹੀ ਕਰੇਗੀ ਨਾ ਬਾਡੀ ਜਾ ਕੇ। ਬਦ ਹਜ਼ਮੀ ਕਰੇਗੀ, ਪੇਟ ਦੇ ਰੋਗ ਪੈਦਾ ਕਰੇਗੀ, ਹੋ ਕਿੰਨੀਆਂ ਪ੍ਰੋਬਲਮਸ ਜਿਹੜੀਆਂ ਨੇ ਉਹਨੇ ਸਾਡੇ ਅੰਦਰ ਪੈਦਾ ਕਰ ਦੇਣੀਆਂ, ਸਾਰੇ ਸਿਸਟਮ ਨੂੰ ਇੱਕਦਮ ਬਲੌਕ ਕਰ ਦੇਣਾ। ਇੱਕ ਉਦਾਹਰਣ ਦੇ, ਹੁਣ ਤੁਸੀਂ ਵੇਖੋ ਵੀ ਸਰੀਰ ਦੀ ਭੁੱਖ ਤੇ ਪਲੱਸ ਨੀਤ ਦੀ ਭੁੱਖ, ਉਹ ਜਿਹੜੀ ਭੁੱਖ ਹੈ, ਹੁਣ ਜੇ ਬੰਦਾ ਸੋਚ ਲਵੇ ਵੀ ਇਹ ਨੀਤ ਦੀ ਭੁੱਖ ਬਦਲੇ ਕੌਣ ਦੁਖੀ ਹੁੰਦਾ ਰਹੇ, ਉਦੋਂ ਤਾਂ ਬੰਦਾ ਚਸਕਾ ਪੂਰਾ ਕਰ ਲੈਂਦਾ ਵੀ ਚਲੋ ਕੋਈ ਗੱਲ ਨਹੀਂ, ਕੋਈ ਗੱਲ ਨਹੀਂ, ਕੋਈ ਗੱਲ। ਮਗਰੋਂ ਜਿਹੜਾ ਉਹਦਾ ਇਫੈਕਟ ਪੈਣਾ ਸਰੀਰ 'ਤੇ, ਜਿਹੜੀ ਪ੍ਰੋਬਲਮ ਆਉਣੀ ਹੈ ਸਰੀਰ ਨੂੰ, ਉਹ ਕਿੰਨਾ ਲੰਮਾ ਸਮਾਂ ਹੋਣੀ ਹੈ। ਉਦੋਂ ਤਾਂ 5 ਮਿੰਟ ਦੀ ਗੱਲ ਸੀ, 5 ਮਿੰਟ ਹੋਰ ਬੰਦੇ ਨੇ ਖਾ ਪੀ ਲਿਆ, ਰੱਜ ਲਿਆ, ਓਵਰਲੋਡ ਕਰ ਲਿਆ ਆਪਣੇ ਆਪ ਨੂੰ। ਪਰ ਹੁਣ ਡਾਈਜੈਸਟ ਸਿਸਟਮ ਕੀ ਕਰੇ? ਇੱਕ ਉਦਾਹਰਣ ਹੈ ਇਹ ਸਮਝਣ ਵਾਸਤੇ। ਉਹ ਮਗਰੋਂ ਜਿਹੜੀ ਤਕਲੀਫ ਹੈ ਨਾ ਸਰੀਰ ਨੂੰ, ਫਿਰ ਲੰਮਾ, ਜੇ ਬੰਦਾ ਸਮਝ ਲਵੇ ਵੀ 5 ਮਿੰਟਾਂ ਦੇ ਚਸਕੇ ਨੇ ਮੈਨੂੰ ਕਿੱਥੇ ਡਾਕਟਰ ਕੋਲ ਲਿਜਾ ਸੁੱਟਿਆ, ਇਹ ਮੈਂ ਘੱਟੋ ਘੱਟ ਰੋਕ ਸਕਦਾ। ਕੁਝ ਚੀਜ਼ਾਂ ਨੇ ਬੰਦਾ ਨਹੀਂ ਰੋਕ ਸਕਦਾ, ਹਰ ਚੀਜ਼ ਨਹੀਂ ਰੁਕਦੀ। ਕੁਝ ਐਸੇ ਰੋਗ ਲੱਗ ਗਏ, ਅਲਾਮਤਾਂ ਆ ਗਈ, ਕੁਝ, ਹਰ ਚੀਜ਼ ਦਾ ਕੋਈ ਤੋੜ ਨਹੀਂ ਹੈ। ਪਰ ਕੁਝ ਚੀਜ਼ਾਂ ਇਹ ਤਾਂ ਮੈਂ ਰੋਕ ਸਕਦਾ ਸਾਂ ਨਾ, ਜਿਵੇਂ ਜ਼ੁਬਾਨ 'ਤੇ ਕਾਬੂ ਰੱਖ ਲੈਂਦਾ, ਜੇ ਆਪਣੇ ਮਨ ਨੂੰ ਸਮਝਾ ਲੈਂਦਾ ਵੀ ਨਹੀਂ ਬਸ, ਇਹ ਤਾਂ ਮੈਂ ਕਾਬੂ ਕਰ ਸਕਦਾ ਸਾਂ। ਇਹ ਤਾਂ ਪ੍ਰੋਬਲਮ ਮੇਰੀ ਸੇੜੀ ਹੋਈ ਹੈ ਨਾ। ਹੁਣ ਉਦੋਂ ਬਾਅਦ ਬੰਦਾ ਵੀ ਕਿਸੇ ਨੂੰ ਦੋਸ਼ ਦੇਵੇ, ਹੁਣ ਉਹ ਜਿਹੜਾ ਤਕਲੀਫ ਹੈ, ਨਿਤ ਨਿਤ ਦੁਖੀ ਹੈ ਕੌਣ?
ਬਾਬਾ ਫਰੀਦ ਸਾਹਿਬ ਕਹਿੰਦੇ ਤੁਸੀਂ ਅੰਦਾਜ਼ਾ ਲਾਓ ਵੀ ਕਿੰਨੇ ਕੁ ਚਸਕੇ ਬੰਦਾ ਆਪਣੇ ਜੀਵਨ 'ਚ ਪਾਲ ਕੇ ਬੈਠਾ ਹੈ, ਔਰ ਉਹਨਾਂ ਕਰਕੇ ਨਿਤ ਨਿਤ ਕਿੰਨਾ ਦੁਖੀ ਹੁੰਦਾ ਹੈ, ਪਰ ਕਿੰਨੀ ਟਰਬਲ ਸਹਿੰਦਾ ਹੈ, ਕਿੰਨੀਆਂ ਮੁਸ਼ਕਿਲਾਂ 'ਚੋਂ ਗੁਜ਼ਰਦਾ ਹੈ। ਉਹਦਾ ਜਿਹੜਾ ਇਫੈਕਟ ਹੈ, ਉਹਦਾ ਜਿਹੜਾ ਰਿਐਕਸ਼ਨ ਹੋਣਾ ਹੈ ਬਾਅਦ ਵਿੱਚ, ਉਹ ਫਿਰ ਕਿੰਨਾ ਲੰਬਾ ਚੌੜਾ ਹੈ। ਅਤੇ ਜਿਸ ਨੇ ਇਹ ਗੱਲ ਆਪਣੇ ਆਪ ਨੂੰ ਸਮਝਾ ਲਈ ਵੀ ਜਿੰਨਾ ਚਿਰ ਮੈਂ ਆਪਣੀ ਨੀਅਤ ਨੂੰ ਕੰਟਰੋਲ ਨਹੀਂ ਰੱਖਦਾ, ਆਪਣੀਆਂ ਖਾਹਿਸ਼ਾਂ ਦੀ ਲਗਾਮ ਖਿੱਚ ਕੇ ਨਹੀਂ ਰੱਖਦਾ, ਉਹਨਾਂ ਚਿਰ ਗੱਲ ਬਣਨੀ ਨਹੀਂ। ਇਸ ਲਈ ਉਹ ਸਰੀਰ ਦੇ ਨਾਲ ਨਾਲ ਨਾ ਵੱਡਾ ਕੰਮ ਜਿਹੜਾ ਇਹ ਕਰਦਾ ਹੈ, ਉਹ ਆਪਣੇ ਮਨ ਅਤੇ ਸੁਰਤ ਅਤੇ ਆਪਣੀਆਂ ਖਾਹਿਸ਼ਾਂ ਪ੍ਰਤੀ ਵੀ ਸੁਚੇ। ਇਹਨੂੰ ਸੂਫੀ ਫਕੀਰ ਕਹਿੰਦੇ ਸਨ, ਨਫਸ ਨੂੰ ਕੰਟਰੋਲ 'ਚ ਰੱਖਣਾ, ਨਫਸ ਨੂੰ ਕੰਟਰੋਲ, ਆਪਣੀਆਂ ਖਾਹਿਸ਼ਾਂ ਨੂੰ ਕਾਬੂ ਵਿੱਚ, ਕੰਟਰੋਲ ਵਿੱਚ ਰੱਖਣਾ। ਇੰਨੀ ਕਿ ਮੇਰੇ ਲਈ ਲਾਹੇਵੰਦ ਆ, ਇਹਦੋਂ ਅੱਗੇ ਮੈਨੂੰ ਪ੍ਰੋਬਲਮ ਹੀ ਪ੍ਰੋਬਲਮ ਹੈ। ਉਹ ਜਿਹੜੀ ਚੀਜ਼ ਹੈ, ਉਸ ਨੂੰ ਬਾਬਾ ਫਰੀਦ ਸਾਹਿਬ ਕਹਿੰਦੇ ਨਿਤ ਨੇ ਦੁੱਖ, ਕੌਣ ਰੋਜ਼ ਰੋਜ਼ ਦੁਖੀ ਹੁੰਦਾ ਰਹੇ। ਇਸ ਕਰਕੇ ਫਿਰ ਕੀ ਤਰੀਕਾ ਲੱਭਿਆ, ਕਹਿੰਦੇ ਕੰਨੀ ਬੁੱਝੇ ਦੇ ਰਹਾ। ਬੁੱਝਾ ਕਹਿੰਦੇ ਨੇ ਕੰਨਾਂ ਦੇ ਵਿੱਚ ਕੋਈ ਚੀਜ਼ ਦੇ ਲੈਣੀ ਵੀ ਬਾਹਰ ਦੀ ਆਵਾਜ਼ ਨਾ ਸੁਣਾਈ ਨਾ ਦੇਵੇ। ਆਪਾਂ ਜਦੋਂ ਜਿਸ ਵੇਲੇ ਪਲੇਨ 'ਚ ਸਫ਼ਰ ਕਰਦੇ, ਕਈ ਵਾਰ ਸਾਡੇ ਕੋਲ ਹੁੰਦੀ ਹੈ ਨਾ, ਕੰਨਾਂ 'ਚ ਆਵਾਜ਼ ਨਾ ਪਵੇ, ਵੀ ਝੱਪੇ ਜਿਹੇ ਆ ਜਾਣ, ਕੰਨ ਬੰਦ ਹੋ ਜਾਂਦੇ ਨੇ ਸਰੀਰ ਨੂੰ। ਫਿਰ ਜਦੋਂ ਹਵਾ ਦਾ ਦਬਾਅ ਵੱਧ ਜਾਂਦਾ ਹੈ, ਘਟ ਜਾਂਦਾ ਹੈ, ਦੋਵਾਂ ਹਾਲਤਾਂ ਦੇ ਵਿੱਚ ਹੀ ਸਾਡਾ ਸਿਰ ਚਕਰਾਉਣ ਲੱਗ ਪੈਂਦਾ ਹੈ। ਉਹਨੂੰ ਫਿਰ ਕੰਟਰੋਲ ਕਰਨ ਵਾਸਤੇ ਆਪਾਂ ਵੀ ਬਾਹਰ ਦੀ ਆਵਾਜ਼, ਉਹ ਹਵਾ ਦਾ ਦਬਾਅ ਜਿਹੜਾ ਹੈ, ਉਹ ਸਾਡੇ ਸਰੀਰ ਨੂੰ ਜਾਂ ਸਾਡੇ ਸਿਰ ਨੂੰ ਪ੍ਰੋਬਲਮ ਨਾ ਕਰੇ, ਆਪਾਂ ਕੰਨਾਂ ਨੂੰ ਕੱਜ ਲੈਂਦੇ, ਵਿੱਚ ਕੁਝ ਦੇ ਲੈਂਦੇ। ਤਾਂ ਉਹ ਜਿਹੜੀ ਚੀਜ਼ ਹੈ, ਉਹਨੂੰ ਬੁੱਝਾ ਕਿਹਾ ਜਾਂਦਾ ਪੰਜਾਬੀ ਭਾਸ਼ਾ ਆਮ ਬੋਲੀ 'ਚ। ਯਾਨੀ ਕਿ ਕੰਨ ਬੰਦ ਕਰ ਲੈਣੇ, ਮੂੰਦ ਲੈਣੇ ਵੀ ਆਵਾਜ਼ ਨਾ ਪਵੇ। ਕੰਨੀ ਬੁੱਝੇ ਦੇ ਰਹਾ ਕਿਤੀ ਵਗੈ ਪਾਉਣ। ਕਹਿੰਦੇ ਨੇ ਸਰੀਰ ਜਿੰਨੀਆਂ ਮਰਜ਼ੀ ਖਾਹਿਸ਼ਾਂ ਦਾ ਜਿੰਨਾ ਮਰਜ਼ੀ ਸ਼ੋਰ ਅਤੇ ਰੌਲਾ ਪੈਂਦਾ ਰਹੇ ਮੇਰੇ ਅੰਦਰ, ਮੈਂ ਹੁਣ ਆਪਣੇ ਕੰਨ ਬੰਦ ਕਰ ਲਿਆ, ਯਾਨੀ ਕਿ ਸੈਲਫ ਕੰਟਰੋਲ ਕਰ ਲਿਆ। ਇਹਨੂੰ ਆਪਾਂ ਕਹਿੰਦੇ ਹਾਂ ਸੈਲਫ ਕੰਟਰੋਲ ਕਰਨਾ। ਬੰਦਾ ਸਾਰੀ ਉਮਰ ਦੂਜਿਆਂ ਨੂੰ ਕੰਟਰੋਲ 'ਚ ਕਰਨ ਹੀ ਲੱਗਾ ਰਹਿੰਦਾ। ਮਾਂ ਬਾਪ ਚਾਹੁੰਦੇ ਬੱਚਾ ਮੇਰੇ ਕੰਟਰੋਲ 'ਚ, ਬੱਚਾ ਥੋੜ੍ਹਾ ਵੱਡਾ ਹੁੰਦਾ, ਉਹ ਕਹਿੰਦਾ ਮੇਰੀ ਪਤਨੀ ਵੀ ਕੰਟਰੋਲ 'ਚ ਰਵੇ, ਬੱਚੇ ਵੀ ਮਾਂ ਬਾਪ ਵੀ ਹੁਣ ਕੰਟਰੋਲ 'ਚ ਰਹਿਣ, ਕਿਉਂਕਿ ਜਨਰੇਸ਼ਨ ਗੈਪ ਹੈ ਅਤੇ ਉਹਨਾਂ ਨਾਲ ਮੇਰੀ ਰਾਗ ਨਹੀਂ ਮਿਲਦੀ, ਇਸ ਕਰਕੇ ਹੁਣ ਉਹ ਮੇਰੀ ਮੰਨਣ, ਚੁੱਪ ਕਰਕੇ ਬਹਿ ਜਾਣ ਘਰ। ਸਮਾਜ ਮੇਰੇ ਕੰਟਰੋਲ 'ਚ ਰਵੇ, ਹਰ ਚੀਜ਼ ਮੇਰੇ ਕੰਟਰੋਲ 'ਚ। ਜੇ ਕੁਝ ਨਹੀਂ ਰਹਿੰਦਾ ਕੰਟਰੋਲ 'ਚ, ਤਾਂ ਆ ਸੈਲਫ ਕੰਟਰੋਲ ਬੰਦੇ ਨੇ ਗਵਾਇਆ, ਅਤੇ ਸਾਰੀ ਪ੍ਰੋਬਲਮ ਉੱਥੇ ਹੈ। ਕਿਸੇ ਨੂੰ ਕੁਝ ਕਹਿਣਾ ਹੈ ਤਾਂ ਉੱਥੇ ਕੰਟਰੋਲ ਨਹੀਂ, ਕੁਝ ਖਾਣਾ ਹੈ ਅਤੇ ਉੱਥੇ ਕੰਟਰੋਲ ਨਹੀਂ, ਕੁਝ ਸੁਣਨਾ ਅਤੇ ਉੱਥੇ ਕੰਟਰੋਲ ਨਹੀਂ, ਕੁਝ ਮਾੜਾ ਚੰਗਾ ਸੋਚਣਾ ਅਤੇ ਉੱਥੇ ਕੰਟਰੋਲ ਨਹੀਂ। ਐਸੀ ਸਿਚੁਏਸ਼ਨ ਵਿੱਚ, ਐਸੀ ਹਾਲਤ ਵਿੱਚ ਮਨੁੱਖ ਖੁਦ ਹੀ ਜੰਜਾਲ ਵਿੱਚ ਫਸਦਾ ਤੁਰਿਆ ਜਾਂਦਾ ਹੈ। ਤਾਂ ਫਰੀਦ ਸਾਹਿਬ ਕਹਿੰਦੇ ਮੈਂ ਹੁਣ ਆਪਣੇ ਆਪ ਦੇ ਉੱਤੇ ਕਾਬੂ ਕਰ ਲਿਆ, ਮੈਂ ਆਪਣੇ ਆਪ ਨੂੰ ਕੰਟਰੋਲ। ਇਹਨੂੰ ਗੁਰਬਾਣੀ ਨੇ ਸ਼ਬਦ ਵਰਤਿਆ ਸੰਜਮ। ਸੰਜਮ ਦਾ ਅਰਥ ਹੁੰਦਾ ਪਰਹੇਜ਼, ਲਿਮਟ ਵਿੱਚ ਰਹਿਣਾ। ਇਹਨੂੰ ਬਾਣੀ ਨੇ ਸਹਿਜ ਵੀ ਕਿਹਾ। ਇਹ ਸਾਰੇ ਸ਼ਬਦ ਇੱਕ ਹੀ ਭਾਵਨਾ ਦੇ ਸੂਚਕ ਨੇ। ਤੋ ਅੱਗੇ ਜਾ ਕੇ ਫਰਮਾਉਂਦੇ ਹਨ, ਫਰੀਦਾ ਰੱਬ ਖਜ਼ੂਰੀ ਪਕੀਆਂ, ਮਾਖਿਆ ਨਈ ਵਾਹਨ, ਜੋ ਜੋ ਵੰਝੈ ਡੀਹੜਾ, ਸੋ ਉਮਰ ਹੱਥ ਪਵਨ। ਕੁਝ ਇਸਲਾਮੀ ਧਾਰਮਿਕ ਜਗਤ ਨਾਲ ਸੰਬੰਧ ਰੱਖਣ ਵਾਲੇ ਲੋਕ ਜਾਂ ਕੁਝ ਲਿਖਤਾਂ ਜਿਹੜੀਆਂ ਨੇ, ਉਹ ਜਦੋਂ ਬਹਿਸ਼ਤ ਦੀ ਤਸਵੀਰ, ਇਮੇਜ ਸਾਡੇ ਸਾਹਮਣੇ ਰੱਖਦੀਆਂ ਨਾ, ਬਹਿਸ਼ਤ ਜਿਹਨੂੰ ਸਵਰਗ ਕਹਿੰਦੇ ਨੇ, ਮਨੁੱਖ ਦੇ ਅੰਦਰ ਦੀਆਂ ਨਾ ਪੂਰੀਆਂ ਹੋਈਆਂ ਖਾਹਿਸ਼ਾਂ ਦਾ ਹੀ ਇੱਕ ਰੂਪ ਹੈ। ਜੋ ਮੈਂ ਇੱਥੇ ਨਹੀਂ ਹੰਢਾ ਸਕਿਆ, ਉਹਦੀ ਮੈਂ ਕਲਪਨਾ ਕਰਦਾ ਵੀ ਚਲੋ ਮਰਨ ਤੋਂ ਬਾਅਦ ਬਹਿਸ਼ਤ 'ਚ ਮਿਲ ਜਾਏਗਾ, ਉੱਥੇ ਮਿਲ ਜਾਏ, ਸਵਰਗ 'ਚ ਮਿਲ ਜਾਏਗਾ। ਹੁਣ ਜਿਹੜਾ ਬੰਦਾ ਵਿਕਾਰੀ ਹੈ, ਉਹਦੇ ਵਾਸਤੇ ਸਵਰਗ ਅਤੇ ਬਹਿਸ਼ਤ ਵੀ ਇੱਕ ਪੱਬ ਕਲੱਬ ਤੋਂ ਘੱਟ ਨਹੀਂ ਹੈ। ਜਿਹੜਾ ਇੱਥੇ ਸਤਸੰਗੀ, ਉਹਦੇ ਵਾਸਤੇ ਉੱਥੇ ਵੀ ਸਤਸੰਗੀ ਹੈ। ਤੋ ਜਿੱਥੇ ਜਿਹੜੀ ਚੀਜ਼ ਦੀ ਘਾਟ ਬੰਦੇ ਦੀ ਜ਼ਿੰਦਗੀ 'ਚ ਰਹੀ, ਉਹ ਖਾਹਿਸ਼ ਪੂਰੀ ਨਹੀਂ ਹੋ ਸਕੀ, ਉਹਦੇ ਬਾਰੇ ਬੰਦੇ ਨੇ ਸੋਚਿਆ ਵੀ ਆਹ ਚੀਜ਼ ਦੇ ਜ਼ਿੰਦਗੀ 'ਚ ਹੁੰਦੀ ਤੇ ਬਹੁਤ ਕੁਝ ਹੁੰਦਾ।
ਉਹ ਫਿਰ ਜੋ ਇੱਥੇ ਪੂਰਾ ਨਹੀਂ ਹੋਇਆ ਉਹਦੀ ਕਲਪਨਾ ਬੰਦੇ ਨੇ ਬਹਿਸ਼ਤ ਵਿੱਚ, ਸਵਰਗ ਵਿੱਚ ਕਰਕੇ ਉਹਦੇ ਨਾਂ 'ਤੇ ਲਿਖਤਾਂ ਲਿਖੀਆਂ, ਸਵਰਗ 'ਚ ਆਹ ਮਿਲੇਗਾ, ਆਹ ਮਿਲੇਗਾ, ਆਹ ਮਿਲੇਗਾ। ਤਾਂ ਬੰਦਾ ਇਸ ਗੱਲ ਦੇ ਉੱਤੇ ਵੀ ਚਲੋ ਜੇ ਇੱਥੇ ਨਹੀਂ ਮਿਲਿਆ ਤਾਂ ਉੱਥੇ ਮਿਲ ਜਾਏਗਾ। ਉਹ ਜਿਹੜੀ ਚੀਜ਼ ਹੈ, ਬੰਧਨਾਂ ਨੇ ਹੀ ਮਨੁੱਖ ਨੂੰ ਇਸ ਗੱਲ ਦੇ ਰਾਹ 'ਤੇ ਤੋਰਿਆ ਵੀ ਤੈਨੂੰ ਮੁਕਤੀ ਚਾਹੀਦੀ ਹੈ। ਬੰਦਾ ਆਪਣੇ ਆਪ ਨੂੰ ਜਿੱਥੇ ਬੱਝਾ ਮਹਿਸੂਸ ਕਰੇਗਾ ਉੱਥੇ ਮੁਕਤੀ, ਉਹਨੂੰ ਮੁਕਤੀ ਸ਼ਬਦ ਬੜਾ ਸੋਹਣਾ ਲੱਗੇ, ਚੰਗਾ ਲੱਗੇਗਾ। ਅਤੇ ਉਸ ਨੂੰ ਪ੍ਰਾਪਤ ਕਰਨ ਲਈ ਤੇ ਬੰਧਨਾਂ ਜੋ ਪੇਚੀਦਗੀਆਂ ਨੇ ਜ਼ਿੰਦਗੀ 'ਚ ਪੈਦਾ ਹੋਈਆਂ, ਉਹਨਾਂ ਤੋਂ ਛੁਟਕਾਰਾ ਪਾਉਣ ਵਾਸਤੇ ਉਹ ਫਿਰ ਰਿਸਕ ਵੀ ਲੈ ਲੈਂਦਾ ਹੈ। ਆਤਮਦਾਹ ਅਤੇ ਆਤਮ ਹੱਤਿਆ ਤੱਕ ਵੀ ਕਰਦੇ ਧਰਮ ਜਗਤ ਵਿੱਚ ਲੋਕ ਵੇਖੇ ਗਏ ਨੇ ਪੁਜਾਰੀਆਂ ਦੇ ਕਹੇ ਦੇ ਉੱਤੇ, ਕਿਉਂਕਿ ਮੁਕਤੀ ਉਹ ਦੁਖੀ ਬੰਦਿਆਂ ਨੂੰ, ਪਰੇਸ਼ਾਨ ਬੰਦਿਆਂ ਨੂੰ, ਉਲਝੇ ਬੰਦਿਆਂ ਨੂੰ ਮੁਕਤੀ ਦਾ ਸੰਕਲਪ ਬੜਾ ਵਧੀਆ ਲੱਗਿਆ। ਹਾਲਾਂਕਿ ਗੁਰਮਤਿ ਨੇ ਕਿਸੇ ਹੋਰ ਮੁਕਤੀ ਦਾ, ਮਰਨ ਮੁਕਤੀ ਨਹੀਂ, ਜੀਵਨ ਮੁਕਤੀ ਦੀ ਗੱਲ ਕੀਤੀ ਹੈ। ਕਹੋ ਕਬੀਰ ਇਹ ਕਹੀਐ ਕਾਹੇ, ਸਾਧ ਸੰਗਤ ਬੈ ਕੁੰਠੇ ਆਹੇ ਦੀ ਗੱਲ ਕੀਤੀ ਹੈ। ਤੋ ਇੱਥੇ ਕੀ ਕਹਿੰਦੇ ਨੇ, ਜੋ ਉਥੇ ਵੀ ਸ਼ਹਿਦ ਦੀਆਂ ਨਦੀਆਂ ਵਗਦੀਆਂ, ਮਾਰੂਥਲ ਰੇਗਿਸਤਾਨ 'ਚ ਰਹਿਣ ਵਾਲੇ ਬੰਦੇ ਨੂੰ ਕਿਹਾ ਜਾਏ ਵੀ ਤੈਨੂੰ ਖਜੂਰਾਂ ਮਿਲਣਗੀਆਂ, ਉਹਦੇ ਲਈ ਨੇਮਤ ਹੈ। ਤੇਰੇ ਲਈ ਸ਼ਹਿਦ ਦੀਆਂ ਨਦੀਆਂ ਵਗਣਗੀਆਂ, ਉਹ ਕਹੇਗਾ ਐਸੀ ਜਗ੍ਹਾ ਮੈਂ ਜਾਣਾ ਚਾਹਾਂਗਾ ਜਿੱਥੇ ਏਡੀਆਂ ਵੱਡੀਆਂ ਚੀਜ਼ਾਂ ਮਿਲਦੀਆਂ ਹੁਣ, ਇੰਨੀ ਤਾਦਾਦ ਵੀ ਮੁੱਕਣ ਹੀ ਨਾ। ਬਾਬਾ ਫਰੀਦ ਸਾਹਿਬ ਨੇ ਇਹ ਪ੍ਰਤੀਕ ਬਹਿਸ਼ਤ ਲਈ ਨਹੀਂ ਵਰਤਿਆ, ਉਹਨੇ ਜਗਤ ਲਈ ਵਰਤਿਆ। ਕਹਿੰਦੇ ਵੇਖੋ ਸੰਸਾਰ ਵਿੱਚ ਜਿਹੜੇ ਪਦਾਰਥ ਨੇ, ਜਿਹੜੇ ਸੁੱਖ ਨੇ, ਜਿਹੜੀਆਂ ਸਹੂਲਤਾਂ ਨੇ, ਇਹ ਸਮਝੋ ਵੀ ਰੱਬ ਨੇ ਇਸ ਧਰਤੀ ਦੇ ਉੱਤੇ ਤੁਹਾਡੇ ਲਈ ਮਿੱਠੀਆਂ ਖਜੂਰਾਂ ਅਤੇ ਸ਼ਹਿਦ ਦੀਆਂ ਨਦੀਆਂ ਵਹਾ ਦਿੱਤੀਆਂ। ਜ਼ਮੀਨ 'ਚੋਂ ਤੁਹਾਨੂੰ ਅਨੇਕ ਪ੍ਰਕਾਰ ਦੀਆਂ ਦਾਤਾਂ ਮਿਲ ਰਹੀਆਂ, ਮਿੱਟੀ 'ਚੋਂ ਅੰਨ ਪੈਦਾ ਹੋ ਰਿਹਾ, ਫਲ ਫੁੱਲ, ਕਿੰਨਾ ਕੁਝ ਹੈ ਜੋ ਸਾਨੂੰ ਸੰਸਾਰ 'ਚੋਂ ਮਿਲਿਆ, ਗਿਣਤੀ ਨਹੀਂ ਕੀਤੀ ਜਾ ਸਕਦੀ। ਹਵਾ ਦੀ ਕੀਮਤ ਕਿੰਨੀ ਹੈ, ਅੱਗ ਦੀ ਕੀਮਤ ਕੀ ਹੈ, ਲਾਮਿਸਾਲ ਔਰ ਬੇਸ਼ਕੀਮਤੀ ਚੀਜ਼ਾਂ ਜਿਨ੍ਹਾਂ ਨੂੰ ਅਸੀਂ ਪ੍ਰੋਡਿਊਸ ਕਰ ਹੀ ਨਹੀਂ ਸਕਦੇ, ਜਿਨ੍ਹਾਂ ਦੀ ਅਸੀਂ ਪ੍ਰੋਡਕਸ਼ਨ ਹੀ ਨਹੀਂ ਕਰ ਸਕਦੇ, ਉਹ ਚੀਜ਼ਾਂ ਸਾਨੂੰ ਕੁਦਰਤ ਨੇ ਦਿੱਤੀਆਂ। ਅਸੀਂ ਤਾਂ ਕੇਵਲ ਕਬਜ਼ੇ ਕਰਦੇ ਹਾਂ, ਕੰਟਰੋਲ ਕਰਦੇ ਹਾਂ, ਵਰਤਦੇ ਹਾਂ ਉਹਨਾਂ ਨੂੰ ਆਪਣੇ ਢੰਗ ਨਾਲ, ਪਰ ਪ੍ਰੋਡਕਸ਼ਨ ਤਾਂ ਸਾਡੀ ਨਹੀਂ ਨਾ, ਪੈਦਾ ਅਸੀਂ ਥੋੜ੍ਹਾ ਕੀਤੀਆਂ ਨੇ। ਉਹ ਚੀਜ਼ਾਂ ਕਿੰਨੀਆਂ ਅਨਮੋਲ ਨੇ, ਜਿਨ੍ਹਾਂ ਦੀ ਕੋਈ ਕੀਮਤ ਨਹੀਂ, ਬੇਸ਼ਕੀਮਤੀ ਚੀਜ਼ਾਂ ਔਰ ਅਣਗਿਣਤ ਨੇ, ਗਿਣਤੀ ਤੋਂ ਵੀ ਬਾਹਰੀਆਂ ਚੀਜ਼ਾਂ ਨੇ। ਤੋ ਬਾਬਾ ਫਰੀਦ ਸਾਹਿਬ ਇਹਨੂੰ ਕਹਿੰਦੇ ਨੇ ਹੋਰ ਬਹਿਸ਼ਤ ਕੀ ਹੁੰਦਾ ਹੈ। ਵੇਖੋ ਤੇ ਸ਼ਹਿਦ ਦੀਆਂ ਨਦੀਆਂ ਹੀ ਤੇ ਵਗ ਰਹੀਆਂ ਨੇ ਜਗਤ 'ਚ, ਪੱਕੀਆਂ ਖਜੂਰਾਂ ਨੇ, ਤੁਹਾਡੇ ਭਾਵ ਮਿੱਠੇ ਫਲ ਨੇ, ਮੇਵੇ ਨੇ ਸੰਸਾਰ ਦੇ ਅੰਦਰ, ਕੀ ਨਹੀਂ ਹੈ। ਪਰ ਕਹਿੰਦੇ ਨੇ ਨਾਲ ਹੀ ਸੁਚੇਤ ਹੋਣ ਵਾਲੀ ਗੱਲ ਇਹ ਹੈ ਵੀ ਬੰਦਾ ਪਦਾਰਥਕ ਚਸਕੇ ਵਿੱਚ ਅਤੇ ਖਾਸ਼, ਬੇਲਗਾਮ ਖਾਸ਼ਾਂ ਦੇ ਵਿੱਚ, ਅਨਕੰਟਰੋਲ ਖਾਸ਼ਾਂ ਦੇ ਚੱਕਰ ਵਿੱਚ ਇਹ ਭੁੱਲਦਾ ਜਾ ਰਿਹਾ ਵੀ ਹਰ ਦਿਨ ਜਿਹੜਾ ਲੰਘ ਗਿਆ ਉਹ ਲੈਸ ਹੈ, ਉਹ ਜ਼ਿੰਦਗੀ ਦੇ ਵਿੱਚੋਂ ਚਲਾ ਗਿਆ, ਉਹ ਵਾਪਸ ਨਹੀਂ ਆਏਗਾ। ਜੋ ਜੋ ਵੰਝੈ ਡੀਹੜਾ, ਮੁਲਤਾਨ ਦਾ ਜਿਹੜਾ ਇਲਾਕਾ ਨਾ, ਬਹਾਵਲਪੁਰ ਦਾ, ਬਾਬਾ ਫਰੀਦ ਸਾਹਿਬ ਤਾਂ ਸਾਰੇ ਜਗਤ ਦੇ ਹੀ ਨੇ, ਪਰ ਪੰਜਾਬ ਦਾ ਕੋਨਾ ਕੋਨਾ ਉਹ ਜਾਣਦੇ ਸਨ, ਅਤੇ ਇਸ ਇਲਾਕੇ ਨਾਲ ਉਹਨਾਂ ਦੀ ਬੜੀ ਦਿਲੀ ਸਾਂਝ ਰਹੀ ਹੈ। ਇਸ ਇਲਾਕੇ ਦੀ ਬੋਲੀ ਦੇ ਸ਼ਬਦ ਗੁਰੂ ਗ੍ਰੰਥ ਸਾਹਿਬ 'ਚ ਬੜੇ ਆਏ, ਫਰੀਦ ਸਾਹਿਬ ਨੇ ਵੀ ਵਰਤੇ ਨੇ। ਡੀਹੜਾ ਆਪਾਂ ਦਿਹਾੜਾ ਕਹਿੰਦੇ, ਦਿਨ ਉਹ ਕਹਿੰਦੇ ਦਿਨ, ਡੀ ਜੋ ਜੋ ਵੰਝੈ ਆਪਾਂ ਜਾਣਾ ਕਹਿੰਦੇ, ਉਹ ਵੰਝੈ ਕਹਿੰਦੇ ਨੇ। ਕਿੱਥੇ ਵੰਝਾਂ ਘੱਤ, ਘੱਤ ਸ਼ਬਦ ਵੀ ਉੱਧਰੋਂ ਆਇਆ, ਆਪਾਂ ਆਮ ਹੀ ਵਰਤਦੇ ਰਹੇ ਹਾਂ। ਕਰ ਘੱਤ ਇਹ ਸ਼ਬਦ ਸਾਡੀ ਬੋਲੀ 'ਚ ਹੈ। ਪੁਰਾਣੇ ਸਮੇਂ 'ਚ ਹੱਦਬੰਦੀਆਂ ਨਹੀਂ ਸਨ ਅਤੇ ਬੋਲੀ ਦੇ ਸ਼ਬਦ ਇੱਧਰੋਂ ਉੱਧਰ ਹੌਲੀ 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 ਸਫ਼ਰ, ਲਿਖਤਾਂ ਦੇ ਵਿੱਚ ਸਫ਼ਰ ਕਰਦੇ ਸਨ। ਯਕਦਮ ਬੋਲੀ ਕੋਈ ਨਹੀਂ ਸੀ ਬਦਲਦੀ। ਹੁਣ ਤਾਂ ਤੁਸੀਂ ਇੱਕ ਏਅਰਪੋਰਟ ਤੋਂ ਚੜ੍ਹਦੇ ਹੋ, ਦੂਜੇ 'ਤੇ ਜਦੋਂ ਉਤਰ ਜਾਂਦੇ ਹੋ ਬਿਲਕੁਲ ਹੀ ਡਿਫਰੈਂਟ ਹੋ ਜਾਂਦਾ ਸਾਰਾ ਕੁਝ। ਪੁਰਾਣੇ ਸਮਿਆਂ 'ਚ ਜਦੋਂ ਇਹ ਮੁਹਾਵਰਾ ਚੱਲਦਾ ਸੀ ਨਾ, ਬਾਹਰੀ ਕੋਈ ਬੋਲੀ ਬਦਲ ਜਾਏ, ਉਹਦਾ ਮਤਲਬ ਹੀ ਹੁੰਦਾ ਤੁਸੀਂ ਹੌਲੀ ਹੌਲੀ ਟਰੈਵਲ ਕਰਦੇ ਜਾਓ, ਇੱਕਦਮ ਬੋਲੀ ਨਹੀਂ ਬਦਲੇਗੀ, ਹੌਲੀ 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 ਬਦਲਦੀ ਜਾਏਗੀ, ਤੁਹਾਨੂੰ ਸਮਝਣ 'ਚ ਦਿੱਕਤ ਨਹੀਂ ਆਏਗੀ। ਤੋ ਪੰਜਾਬੀ ਦੀ ਉਪ ਬੋਲੀ ਹੈ ਮੁਲਤਾਨੀ ਸਿੰਧੀ ਬੋਲੀ, ਉਹਨੂੰ ਲਹਿੰਦੀ ਬੋਲੀ ਵੀ ਕਿਹਾ ਜਾਂਦਾ। ਦੱਖਣੇ ਬਾਣੀ ਦੇ ਵਿੱਚ ਆਉਂਦੇ ਨੇ, ਦੇਖਣ ਕੂ ਮੁਸ਼ਤਾਕ, ਦੇਖਣ ਉਹ ਡੱਡਾ ਬੋਲਦੇ ਨੇ, ਦੇਖਣ
ਜੋ ਜੋ ਵੰਝੈ ਡੀਹੜਾ ਸੋ ਉਮਰ ਹੱਥ ਪਵਨ। ਫਰੀਦ ਸਾਹਿਬ ਕਹਿੰਦੇ ਜਿਹੜਾ ਜਿਹੜਾ ਦਿਨ ਲੰਘ ਰਿਹਾ ਨਾ, ਸਮਝੋ ਤੁਹਾਡੀ ਉਮਰ ਨੂੰ ਹੱਥ ਪਾ ਰਿਹਾ। ਜਿਹੜਾ ਦਿਨ ਗੁਜ਼ਰ ਗਿਆ ਸਮਝੋ ਉਹਨੇ ਤੁਹਾਡੀ ਜ਼ਿੰਦਗੀ ਦਾ ਵੱਡਾ ਹਿੱਸਾ ਖੋਰ ਦਿੱਤਾ, ਲੈਸ ਕਰ ਦਿੱਤਾ। ਉਹ ਜਿਹੜਾ ਜ਼ਿੰਦਗੀ ਦਾ ਸਮਾਂ ਹੈ ਉਹ ਹੌਲੀ ਹੌਲੀ ਗੁਜ਼ਰਦਾ। ਇਸੇ ਤਰ੍ਹਾਂ ਹੀ ਬੰਦਾ ਆਪਣੀ ਜ਼ਿੰਦਗੀ ਸੰਸਾਰ ਦੇ ਇਹਨਾਂ ਸੋਹਣੇ ਪਦਾਰਥਾਂ ਅਤੇ ਸਹੂਲਤਾਂ ਦੀ ਖਾਹਿਸ਼ ਵਿੱਚ ਹੀ ਬਤੀਤ ਕਰ, ਇਹਨਾਂ ਨੂੰ ਵਰਤਣ ਦੀ ਬਜਾਏ, ਇਹਨਾਂ ਦੀ ਲੋੜ ਮੰਨਣ ਦੀ ਬਜਾਏ ਬੰਦਾ ਇਹਦੇ ਲੋਭ ਵਿੱਚ ਗ੍ਰਸਤ ਹੋ ਜਾਂਦਾ। ਇੱਕ ਐਸੀ ਭੁੱਖ ਪਾਲ ਰਹਿੰਦਾ ਜਿਹੜੀ ਪੂਰੀ ਤੇ ਨਹੀਂ ਹੁੰਦੀ, ਪਰ ਉਮਰ ਦਾ ਸਮਾਂ ਜ਼ਰੂਰ ਪੂਰਾ ਹੋ ਜਾਂਦਾ ਤੇ ਉਹਦੇ ਵਿੱਚ ਆਪਣੇ ਕੀਮਤੀ ਸਮੇਂ ਦੀ ਕਦਰ ਨਹੀਂ ਸਮਝਦਾ ਕਿ ਸਮਾਂ, ਵਕਤ ਜੀਵਨ ਦਾ ਬੜਾ ਕੀਮਤੀ ਹੈ। ਪਦਾਰਥ ਦੀ ਇਹਦੇ ਵਿੱਚ ਇੱਕ ਥਾਂ ਹੈ, ਸਾਰੀ ਥਾਂ ਪਦਾਰਥ ਦੀ ਨਹੀਂ ਹੈ। ਚੀਜ਼ਾਂ ਦੀ, ਦੌਲਤ ਦੀ ਇਹਦੇ ਵਿੱਚ ਇੱਕ ਥਾਂ ਹੈ ਜੀਵਨ ਵਿੱਚ, ਪਰ ਸਾਰੀ ਥਾਂ ਇਹਨੂੰ ਨਹੀਂ ਦੇਣੀ। ਕੁਝ ਹੋਰ ਚੀਜ਼ਾਂ ਵੀ ਨੇ ਜਿਨ੍ਹਾਂ ਲਈ ਸਪੇਸ ਬਚਾ ਕੇ ਰੱਖਣੀ ਜ਼ਰੂਰੀ ਹੈ। ਗਰੀਬ ਨਵਾਜ਼ ਕਿਰਪਾ ਕਰਨ। ਅਗਲੇ ਸ਼ਲੋਕਾਂ ਦੀ ਵਿਚਾਰ ਆਪਾਂ ਕੱਲ੍ਹ ਦੇ ਦੀਵਾਨਾਂ ਵਿੱਚ ਕਰਾਂਗੇ। ਸਤਿਗੁਰੂ ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ ਬਖਸ਼ਿਸ਼ ਕਰਨ। ਆਪ ਸਭਨਾਂ ਦਾ ਧੰਨਵਾਦ। ਅਦਬ ਸਹਿਤ ਗੁਰੂ ਫਤਿਹ ਨਾਲ ਸਾਂਝ ਬਣਾਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।